ਸਟਾਰਟ। ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਵਿਚਰਦੇ ਹਨ ਜੋ ਇੱਕ ਸੱਭਿਅਕ ਸਮਾਜ ਦੇ ਦਰਪਣ ਹੁੰਦੇ ਹਨ। ਡੰਡੀ ਸਮਾਜ ਨੂੰ ਹਰ ਪ੍ਰਕਾਰ ਦੇ ਪ੍ਰਗਤੀਸ਼ੀਲ ਵਿਅਕਤੀਆਂ ਦੀ ਲੋੜ ਹੁੰਦੀ ਹੈ ਜੋ ਸਮਾਜ ਵਿੱਚ ਫੈਲੀਆਂ ਭੈੜੀਆਂ ਬੁਰਾਈਆਂ ਤੋਂ ਸਮਾਜ ਨੂੰ ਬਚਾਉਣ ਲਈ ਯਤਨਸ਼ੀਲ ਹੋਣ। ਡੰਡੀ ਸਮਾਜ ਨੂੰ ਹਰ ਪੱਖੋਂ ਸੁਚੱਜਾ ਨਰੋਆ ਅਤੇ ਭਾਈਚਾਰਕ ਸਾਂਝ ਵਾਲਾ ਰੱਖਣ ਲਈ ਕੁਝ ਗਿਣੇ ਚੁਣੇ ਵਿਅਕਤੀ ਅਹਿਮ ਰੋਲ ਅਦਾ ਕਰਦੇ ਹਨ ਕਿਉਂਕਿ ਸਮਾਜ ਵਿੱਚ ਅਮੀਰੀ ਗਰੀਬੀ ਦਾ ਪਾੜਾ, ਭਾਈਚਾਰਕ ਅਸਮਾਨਤਾ, ਧਰਮਾਂ ਜਾਤਾਂ ਦੇ ਵਖਰੇਵੇਂ ਹੋਣ ਕਾਰਨ ਇੱਕ ਅਜਿਹਾ ਵਰਗ ਆਪਣੇ ਆਪ ਪੈਦਾ ਹੋ ਜਾਂਦਾ ਹੈ ਜਿਸ ਨੂੰ ਸਮਾਜ ਦੀਆਂ ਦੁਸ਼ਵਾਰੀਆਂ ਦੀ ਚਿੰਤਾ ਰਹਿੰਦੀ ਹੈ ਅਤੇ ਉਸ ਨੂੰ ਸਮਾਜ ਦੇ ਭਲੇ ਕੰਮਾਂ ਲਈ ਕੰਮ ਕਰਨ ਦੀ ਲਗਨ ਲੱਗ ਜਾਂਦੀ ਹੈ। ਡੰਡੀ ਅਸੀਂ ਅਜਿਹੇ ਵਰਗ ਦੇ ਲੋਕਾਂ ਨੂੰ ਸਮਾਜ ਸੇਵੀ ਦਾ ਨਾਂ ਦਿੰਦੇ ਹਾਂ। ਡੰਡੀ ਇਹਨਾਂ ਸਮਾਜ ਸੇਵੀਆਂ ਦੀ ਕੋਈ ਵਿੱਦਿਅਕ ਡਿਗਰੀ ਨਹੀਂ ਹੁੰਦੀ, ਸਗੋਂ ਜਦੋਂ ਕੋਈ ਭਲਾ ਵਿਅਕਤੀ ਸਮਾਜ ਲਈ ਚੰਗਾ ਕੰਮ ਕਰਦਾ ਹੈ ਤਾਂ ਲੋਕ ਆਪਣੇ ਆਪ ਹੀ ਉਸ ਦੀ ਸੇਵਾ ਨੂੰ ਮਾਨਤਾ ਦੇ ਦਿੰਦੇ ਹਨ। ਡੰਡੀ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸਮਾਜ ਸੇਵਾ ਦਾ ਕੰਮ ਕੋਈ ਸੌਖਾ ਕੰਮ ਨਹੀਂ ਹੁੰਦਾ। ਡੰਡੀ ਸਮਾਜ ਸੇਵੀਆਂ ਨੂੰ ਆਪਣੇ ਪਰਿਵਾਰਕ ਰੁਝੇਵਿਆਂ ਵਿੱਚੋਂ ਸਮਾਂ ਕੱਢ ਪੈਸੇ ਖਰਚ ਕੇ ਆਪਣੇ ਦੁਨਿਆਵੀ ਲਾਭਾਂ ਤੋਂ ਉੱਪਰ ਉੱਠ ਕੇ ਸਮੱਸਿਆ ਦੀ ਨਜ਼ਾਕਤ ਨੂੰ ਸਮਝਦੇ ਹੋਏ ਤਨੋ ਮਨੋ ਸੇਵਾ ਕਰਨੀ ਪੈਂਦੀ ਹੈ। ਡੰਡੀ ਸੇਵਾ ਲਈ ਉਸ ਨੂੰ ਆਪ ਹੀ ਸੇਵਾ ਖੇਤਰ ਚੁਣਨਾ ਪੈਂਦਾ ਹੈ। ਜਿਸ ਤਰ੍ਹਾਂ ਕਿ ਸਮਾਜ ਵਿੱਚ ਬਹੁਤ ਸਾਰੇ ਦੁਖਿਆਰੇ ਲੋਕ ਜਿਨ੍ਹਾਂ ਵਿੱਚ ਅਪਾਹਜ, ਰੋਗੀ, ਗਰੀਬ ਅਤੇ ਸਮਾਜ ਦੇ ਲਿਤਾੜੇ ਲੋਕ ਹੁੰਦੇ ਹਨ ਜੋ ਦੂਜਿਆਂ ਕੋਲੋਂ ਆਸਰਾ ਭਾਲਦੇ ਹਨ। ਡੰਡੀ ਭਾਵੇਂ ਲੋਕ ਭਲਾਈ ਸਰਕਾਰਾਂ ਵੀ ਅੱਜ ਕੱਲ੍ਹ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਕੁਝ ਨਾ ਕੁਝ ਕਰਨ ਲੱਗੀਆਂ ਹਨ, ਪਰ ਸਰਕਾਰਾਂ ਹਰ ਲੋੜਵੰਦ ਵਿਅਕਤੀਆਂ ਤੱਕ ਨਹੀਂ ਪਹੁੰਚ ਸਕਦੀਆਂ। ਡੰਡੀ ਹਾਂ ਅਜਿਹੀਆਂ ਥਾਵਾਂ 'ਤੇ ਆਪਣੇ ਆਪਣੇ ਇਲਾਕਿਆਂ ਵਿੱਚ ਸਮਾਜ ਸੇਵੀ ਚੰਗਾ ਕੰਮ ਕਰ ਜਾਂਦੇ ਹਨ ਕਿਉਂਕਿ ਉਹਨਾਂ ਦਾ ਲੋੜਵੰਦ ਵਿਅਕਤੀਆਂ ਨਾਲ ਨੇੜੇ ਦਾ ਵਾਸਤਾ ਹੁੰਦਾ ਹੈ ਅਤੇ ਉਹ ਕਿਸੇ ਵੀ ਲੋੜਵੰਦ ਵਿਅਕਤੀ ਦੀਆਂ ਮੁਸ਼ਕਲਾਂ ਨੂੰ ਨੇੜੇ ਤੋਂ ਜਾਣਦੇ ਹਨ। ਡੰਡੀ ਮਹਿੰਗਾਈ ਵੀ ਇੰਨੀ ਤੇਜ਼ ਰਫ਼ਤਾਰ ਨਾਲ ਵੱਧ ਰਹੀ ਹੈ ਕਿ ਸਭ ਸਮਾਜ ਸੇਵੀਆਂ ਨੂੰ ਆਪਣੀ ਸੇਵਾ ਅੱਗੇ ਵਾਸਤੇ ਜਾਰੀ ਰੱਖਣ ਲਈ ਕਈ ਵਾਰ ਸੋਚਣਾ ਪੈਂਦਾ ਹੈ। ਡੰਡੀ ਭਾਵੇਂ ਸਮਾਜ ਸੇਵਾ ਦੇ ਕੰਮ ਵਿੱਚ ਲੱਗੀਆਂ ਕਈ ਵੱਡੀਆਂ NGO ਕੰਮ ਕਰਦੀਆਂ ਹਨ ਅਤੇ ਸਰਕਾਰਾਂ ਤੋਂ ਗ੍ਰਾਂਟਾਂ ਵੀ ਲੈ ਲੈਂਦੀਆਂ ਹਨ, ਪਰ ਇਹ ਇੱਕ ਵੱਡਾ ਔਖਾ ਕੰਮ ਹੁੰਦਾ ਹੈ ਕਿਉਂਕਿ ਇਸ ਸੰਬੰਧ ਵਿੱਚ ਕਾਗਜ਼ੀ ਕੰਮ ਹੀ ਸੇਵਾ ਵਿੱਚ ਰੁਕਾਵਟ ਬਣ ਜਾਂਦਾ ਹੈ ਅਤੇ ਕਈ ਵਾਰ ਤਾਂ ਅਜਿਹੀਆਂ ਸੰਸਥਾਵਾਂ ਵਿੱਚ ਘਪਲਿਆਂ ਦਾ ਸ਼ੋਰ ਪ੍ਰਬਲ ਹੋ ਜਾਂਦਾ ਹੈ ਅਤੇ ਚੰਗੀਆਂ ਸੰਸਥਾਵਾਂ ਬੁਰੀ ਤਰ੍ਹਾਂ ਫੇਲ ਹੋ ਜਾਂਦੀਆਂ ਹਨ। ਡੰਡੀ ਕਈ ਵਾਰ
2 ਜਾਂ 4 ਵਿਅਕਤੀ ਮਿਲ ਕੇ ਆਪਣੇ ਵੱਲੋਂ ਦਾਨ ਦੇ ਰੂਪ ਵਿੱਚ ਪੈਸੇ ਦੇ ਕੇ ਕਿਸੇ ਨਾ ਕਿਸੇ ਵਰਗ ਦੀ ਸੇਵਾ ਭਾਵਨਾ ਨਾਲ ਕੰਮ ਕਰਦੇ ਰਹਿੰਦੇ ਹਨ। ਪਰ ਜਿਉਂ-ਜਿਉਂ ਮਹਿੰਗਾਈ ਵੱਧਦੀ ਜਾਂਦੀ ਹੈ, ਉਹਨਾਂ ਦੀ ਜੇਬ ਵੀ ਜਵਾਬ ਦੇਣ ਲੱਗ ਜਾਂਦੀ ਹੈ ਅਤੇ ਉਹਨਾਂ ਵੱਲੋਂ ਉਲੀਕਿਆ ਸਮਾਜ ਸੇਵਾ ਦਾ ਕੰਮ ਅੱਧ ਵਾਟੇ ਹੀ ਦਮ ਤੋੜ ਜਾਂਦਾ ਹੈ। ਡੰਡੀ। ਇਸ ਤਰ੍ਹਾਂ ਵੱਧ ਰਹੀ ਮਹਿੰਗਾਈ ਸਮਾਜ ਸੇਵੀਆਂ ਦੇ ਰਾਹ ਵਿੱਚ ਰੋੜਾ ਬਣ ਜਾਂਦੀ ਹੈ। ਡੰਡੀ। ਰੋਗੀਆਂ ਨੂੰ ਮੁਫਤ ਦਵਾਈ ਦੇਣਾ, ਗਰੀਬਾਂ ਨੂੰ ਕੰਬਲ ਜਾਂ ਬਸਤਰ ਦੇਣਾ ਜਾਂ ਅਪਾਹਜ ਬੱਚਿਆਂ ਨੂੰ ਉਹਨਾਂ ਲਈ ਲੋੜੀਂਦੀਆਂ ਚੀਜ਼ਾਂ ਦੇਣਾ ਦਿਨ ਪ੍ਰਤੀ ਦਿਨ ਸਮਾਜ ਸੇਵੀਆਂ ਲਈ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਡੰਡੀ। ਜਦੋਂ ਸਰਕਾਰਾਂ ਮਹਿੰਗਾਈ ਘੱਟ ਨਹੀਂ ਕਰ ਸਕਦੀਆਂ ਅਤੇ ਹਰ ਲੋੜਵੰਦ ਤੱਕ ਆਰਥਿਕ ਤੌਰ 'ਤੇ ਜਾਂ ਸਮਾਜਿਕ ਤੌਰ 'ਤੇ ਉਹਨਾਂ ਦੇ ਨਾਲ ਨਹੀਂ ਖੜ ਸਕਦੀਆਂ, ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਵਿਅਕਤੀਆਂ ਦੀ ਸੇਵਾ ਵਿੱਚ ਲੱਗੇ ਵਿਅਕਤੀਆਂ ਨੂੰ ਮਦਦ ਦੇਣ। ਸਸਤੇ ਭਾਅ ਦੇ ਸਟੋਰ ਖੋਲ੍ਹੇ ਤਾਂ ਕਿ ਸਮਾਜ ਸੇਵੀਆਂ ਉੱਤੋਂ ਮਹਿੰਗੀਆਂ ਵਸਤਾਂ ਦਾ ਫਾਲਤੂ ਭਾਰ ਘੱਟ ਕੀਤਾ ਜਾ ਸਕੇ। ਡੰਡੀ। ਕੇਂਦਰ ਸਰਕਾਰ ਖੇਤੀ ਸੋਧਾਂ ਨੂੰ ਛੇਤੀ ਲਾਗੂ ਕਰਨ ਲਈ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਪਾ ਦੇਣ ਦੀ ਜਿੱਦ 'ਤੇ ਅੜੀ ਹੋਈ ਹੈ। ਡੰਡੀ। ਇਸ ਫੈਸਲੇ ਦਾ ਪੰਜਾਬ ਦੇ ਸਮੂਹ ਭਾਜਪਾ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਰ ਜੇ ਕੇਂਦਰ ਸਰਕਾਰ ਆਪਣੇ ਫੈਸਲੇ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਸੁਣ ਕੇ ਲੈਣ ਦੀ ਆਦਤ ਪਾ ਲੈਂਦੀ ਹੈ, ਤਾਂ ਉਸ ਵੱਲੋਂ ਹੁਣ ਤੱਕ ਜੋ ਗਲਤੀਆਂ ਕੀਤੀਆਂ ਗਈਆਂ ਹਨ ਉਹ ਸ਼ਾਇਦ ਨਾ ਕੀਤੀਆਂ ਜਾਂਦੀਆਂ। ਡੰਡੀ। ਜੇ ਕੇਂਦਰ ਸਰਕਾਰ ਨੋਟਬੰਦੀ ਤੋਂ ਪਹਿਲਾਂ ਇੱਕ ਸਰਵੇਖਣ ਹੀ ਕਰਵਾ ਲੈਂਦੀ ਤੇ ਕੁਝ ਮਾਹਿਰਾਂ ਨਾਲ ਸਲਾਹ ਕਰ ਲੈਂਦੀ, ਤਾਂ ਉਹ ਦੁਨੀਆ ਦੀ ਇਹ ਸਭ ਤੋਂ ਵੱਡੀ ਗਲਤੀ ਨਾ ਕਰਦੀ ਅਤੇ ਜਾਨ ਮਾਲ ਦਾ ਨੁਕਸਾਨ ਵੀ ਨਾ ਹੁੰਦਾ। ਡੰਡੀ। ਅੱਜ ਆੜ੍ਹਤੀਆਂ ਨੂੰ ਖੇਤੀ ਸਿਸਟਮ 'ਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਵੇਗਾ। ਡੰਡੀ। ਆੜ੍ਹਤੀਆ ਕਿਸਾਨ ਵਾਸਤੇ ਜੋ ਕਰਦਾ ਹੈ ਉਸ ਦੀ ਸਰਕਾਰ ਨੂੰ ਬਿਲਕੁਲ ਵੀ ਕੋਈ ਕਦਰ ਨਹੀਂ। ਡੰਡੀ। ਸਰਕਾਰ ਦਾ ਨਜ਼ਰੀਆ ਵੱਖਰਾ ਹੈ। ਡੰਡੀ। ਉਹ ਵਪਾਰੀਆਂ ਵਾਂਗ ਸੋਚਦੀ ਹੈ ਤੇ ਆੜ੍ਹਤੀਆਂ ਨੂੰ ਇੱਕ ਵਿਚੋਲੇ ਵਾਂਗ ਵੇਖਦੀ ਹੈ। ਡੰਡੀ। ਇਹ ਸਹੀ ਹੈ ਕਿ ਜਦ ਵੀ ਕੋਈ ਚੀਜ਼ ਕਿਸੇ ਫੈਕਟਰੀ ਵਿੱਚੋਂ ਬਣ ਕੇ ਨਿਕਲਦੀ ਹੈ ਤਾਂ ਗਾਹਕ ਕੋਲ ਪਹੁੰਚਦੇ ਉਸ ਦੀ ਕੀਮਤ 10 ਗੁਣਾ ਹੋ ਜਾਂਦੀ ਹੈ। ਡੰਡੀ। ਫਰਕ ਤਾਂ ਹੀ ਪੈਂਦਾ ਹੈ ਜੇ ਵਿਚੋਲੇ ਘੱਟ ਤੋਂ ਘੱਟ ਰਹਿਣ ਦਿੱਤੇ ਜਾਣ ਤੇ ਉਤਪਾਦਕ ਦੇ ਸੇਵਾਦਾਰ ਵਜੋਂ ਕੰਮ ਕਰਨ ਵਾਲੇ ਹੋਣ, ਜਿਸ ਨਾਲ ਹੀ ਗਾਹਕ ਤੇ ਉਤਪਾਦਕ ਦੋਵੇਂ ਫਾਇਦੇ ਵਿੱਚ ਰਹਿ ਸਕਦੇ ਹਨ। ਡੰਡੀ। ਪਰ ਆੜ੍ਹਤੀਆ ਵਿਚੋਲਾ ਨਹੀਂ ਹੁੰਦਾ। ਇਹ ਸੱਚ ਕਿਸਾਨ ਨਾਲ ਬੈਠ ਕੇ ਹੀ ਸਮਝ ਆਉਂਦਾ ਹੈ। ਡੰਡੀ। ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਕੋਲ ਕਾਫੀ ਜ਼ਮੀਨ ਹੈ, ਉਹ ਤਕਨੀਕੀ ਤੌਰ 'ਤੇ ਮਾਹਰ ਵੀ ਹਨ ਤੇ ਉਹ ਆਪਣੀ ਫਸਲ ਦਾ ਸਹੀ ਮੁੱਲ ਲੈ ਸਕਦੇ ਹਨ। ਡੰਡੀ। ਪਰ ਅਜਿਹੇ ਛੋਟੇ ਕਿਸਾਨ ਜ਼ਿਆਦਾ ਹਨ ਜੋ ਕਰਜ਼ਿਆਂ ਹੇਠ
ਹੇਠ ਦੱਬੇ ਹੋਏ ਹਨ ਡੰਡੀ। ਉਹ ਆਪਣੀ ਲਾਗਤ ਵੀ ਪੂਰੀ ਨਹੀਂ ਕਰ ਸਕਦੇ ਡੰਡੀ। ਉਹਨਾਂ ਲਈ ਆੜ੍ਹਤੀ ਇੱਕ ਸੱਚੇ ਸਾਥੀ ਵਾਂਗ ਹੁੰਦਾ ਹੈ ਜੋ ਕਿਸਾਨ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਾ ਹੁੰਦਾ ਹੈ ਡੰਡੀ। ਇਹ ਸਿਲਸਿਲਾ ਵਿਚੋਲੇ ਤੇ ਗਾਹਕ ਦਾ ਨਹੀਂ ਬਲਕਿ ਔਖੇ ਵੇਲੇ ਤੁਰਤ ਸਹਾਈ ਹੋਣ ਵਾਲੇ ਦਾ ਹੈ, ਜੋ ਥੋੜ੍ਹੀ ਜਿਹੀ ਫੀਸ ਲਈ ਕਿਸਾਨ ਨਾਲ ਖੜਾ ਹੋਣ ਲਈ ਤਿਆਰ ਮਿਲਦਾ ਹੈ ਡੰਡੀ। ਆੜ੍ਹਤੀਆਂ ਦੇ ਵਿੱਚੋਂ ਹਟ ਜਾਣ ਨਾਲ ਜਿਹੜਾ ਅਸਲ ਵਿਚੋਲਾ ਸਾਹਮਣੇ ਆਵੇਗਾ ਤੇ ਜਿਸ ਨੂੰ ਅਸੀਂ ਕਾਰਪੋਰੇਟ ਆਖਦੇ ਹਾਂ, ਜੋ ਸਿਰਫ ਪੈਕਿੰਗ ਕਰਕੇ ਕੀਮਤ ਦੁੱਗਣੀ ਕਰਦਾ ਹੈ, ਉਹ ਤਾਕਤਵਰ ਜਿੰਨ ਬਣ ਜਾਏਗਾ ਜਿਸ ਦੇ ਸ਼ਿਕੰਜੇ ਵਿੱਚੋਂ ਆਮ ਕਿਸਾਨ ਮਰਦੇ ਦਮ ਤੱਕ ਕਦੇ ਨਿਕਲ ਹੀ ਨਹੀਂ ਸਕੇਗਾ ਡੰਡੀ। ਆੜ੍ਹਤੀਆ FCI ਦੇ ਸਾਹਮਣੇ ਕਿਸਾਨ ਨਾਲ ਖੜਾ ਹੁੰਦਾ ਹੈ, ਜਦਕਿ ਕਿਸਾਨ ਨੂੰ ਸਰਕਾਰ ਤੋਂ ਬਚਾਉਣ ਦੀ ਅਜੇ ਲੋੜ ਨਹੀਂ ਹੁੰਦੀ ਡੰਡੀ। ਜਦ ਉਹ ਛੋਟਾ ਕਿਸਾਨ ਆੜ੍ਹਤੀਆਂ ਨੂੰ ਨਾਲ ਲਏ ਬਿਨਾਂ ਇੱਕ ਕਾਰਪੋਰੇਟ ਸਾਹਮਣੇ ਜਾਵੇਗਾ ਤਾਂ ਕਾਰਪੋਰੇਟ ਉਸ ਨੂੰ ਦਰਵਾਜ਼ਾ ਟੱਪ ਕੇ ਅੰਦਰ ਆਉਣ ਦੀ ਆਗਿਆ ਵੀ ਨਹੀਂ ਦੇਵੇਗਾ ਤਾਂ ਕਿ ਉਹ ਕਾਰਪੋਰੇਟ ਦੀ ਜਕੜ ਵਿੱਚ ਕੱਸਿਆ ਨਹੀਂ ਜਾਵੇਗਾ। ਪ੍ਰਸ਼ਨ ਚਿੰਨ੍ਹ ਪਹਿਰਾ। ਦੂਜੇ ਪਾਸੇ ਆੜ੍ਹਤੀਆ ਵੀ ਇਸ ਆਮਦਨ 'ਤੇ ਹੀ ਨਿਰਭਰ ਕਰਦਾ ਹੈ ਡੰਡੀ। ਜਦ ਇਹ ਸਿਸਟਮ ਟੁੱਟੇਗਾ ਤਾਂ ਭਾਰਤ ਦੀ ਵੱਧਦੀ ਬੇਰੁਜ਼ਗਾਰੀ ਅਤੇ ਗਰੀਬ ਵਸੋਂ ਵਿੱਚ ਆੜ੍ਹਤੀਆ ਵੀ ਸ਼ਾਮਲ ਹੋ ਜਾਣਗੇ ਡੰਡੀ। ਜੋ ਹਮਲਾ ਨੋਟਬੰਦੀ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ, ਹੁਣ ਨਵੇਂ ਖੇਤੀ ਤੇ ਮਜ਼ਦੂਰਾਂ ਨਾਲ ਸੰਬੰਧਿਤ ਕਾਨੂੰਨਾਂ ਰਾਹੀਂ ਵੀ ਜਾਰੀ ਹੈ ਡੰਡੀ। ਅੰਤਰਰਾਸ਼ਟਰੀ ਅਮਰੀਕਨ ਖੋਜ ਸੰਸਥਾ PEW ਨੇ ਸੰਸਾਰ ਬੈਂਕ ਦੇ ਅੰਕੜੇ ਵਿਖਾ ਕੇ ਦਰਸਾਇਆ ਹੈ ਕਿ ਭਾਰਤ ਵਿੱਚ ਪਿਛਲੇ ਸਾਲ ਹੀ 32 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਡਿੱਗੇ ਹਨ ਡੰਡੀ। ਯਾਨੀ 3 ਕਰੋੜ 20 ਲੱਖ ਲੋਕ ਹੁਣ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਹਨ ਤੇ ਇਸ ਤੋਂ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਦੁਨੀਆ ਦੇ ਗਰੀਬਾਂ ਵਿੱਚੋਂ 60% ਆਬਾਦੀ ਹੁਣ ਭਾਰਤ ਵਿੱਚ ਹੀ ਹੈ ਡੰਡੀ। ਜਦ ਇਸ ਕਦਰ ਵੱਡਾ ਸੰਕਟ ਦੇਸ਼ 'ਤੇ ਮੰਡਰਾ ਰਿਹਾ ਹੋਵੇ ਤਦ ਸਰਕਾਰ ਆਪ ਇਸ ਗਿਣਤੀ ਵਿੱਚ ਵਾਧਾ ਕਰਨ ਦੇ ਯਤਨ ਕਿਉਂ ਕਰ ਰਹੀ ਹੈ? ਪ੍ਰਸ਼ਨ ਚਿੰਨ੍ਹ। ਸਰਕਾਰ ਇਹ ਸਭ ਇਸ ਕਰਕੇ ਕਰ ਰਹੀ ਹੈ ਕਿਉਂਕਿ ਉਹ ਜ਼ਮੀਨੀ ਹਕੀਕਤ ਪ੍ਰਤੀ ਜਾਣੂ ਨਹੀਂ ਹੈ ਡੰਡੀ। ਪਰ ਉਹ ਆਪ ਗਰੀਬਾਂ ਦੀ ਗਿਣਤੀ ਕਿਉਂ ਵਧਾ ਰਹੀ ਹੈ? ਪ੍ਰਸ਼ਨ ਚਿੰਨ੍ਹ। ਤਾਂ ਕਿ ਤਾਕਤ ਕੁਝ ਹੱਥਾਂ ਵਿੱਚ ਸੁਰੱਖਿਅਤ ਰਹੇ ਡੰਡੀ। ਗਰੀਬ ਨੂੰ ਗੁਲਾਮ ਬਣਾਉਣਾ ਅਮੀਰ ਲਈ ਜ਼ਿਆਦਾ ਆਸਾਨ ਹੈ ਡੰਡੀ। ਸਟਾਰਟ। ਚੀਨ ਵਰਗੇ ਢੀਠ ਮੁਲਕ ਨੇ ਆਪਣੀ 14ਵੀਂ 5 ਸਾਲਾ ਯੋਜਨਾ 2021-25 ਵਿੱਚ ਦੋਹਰੀ ਵੰਡ ਪ੍ਰਣਾਲੀ ਅਧੀਨ ਆਮ ਜਨਤਾ ਵਿੱਚ ਖਪਤ ਵਧਾਉਣ ਲਈ ਸਖਤ ਕਦਮ ਚੁੱਕਣ ਦੀ ਹਿੰਮਤ ਵਿਖਾਈ ਹੈ ਡੰਡੀ। ਅਜਿਹਾ ਕਰਨ ਨਾਲ 2035 ਤੱਕ ਮੱਧ ਸ਼੍ਰੇਣੀ ਵਾਲੇ ਚੀਨ ਦੀ ਸਥਾਪਨਾ ਕਾਰਗਰ ਹੋ ਜਾਵੇਗੀ ਡੰਡੀ। ਚੀਨ ਦੀ ਸਰਕਾਰ ਮੁਤਾਬਕ ਸਾਲ 2050 ਤੱਕ ਕੁਲੀਨ ਵਰਗ ਵਾਲੇ ਚੀਨ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ ਡੰਡੀ। ਅਜਿਹਾ ਭਾਰਤ ਵਿੱਚ ਵੀ ਹੋ ਸਕਦਾ ਹੈ ਜੇ ਪੁਆੜੇ ਤੇ ਪਾੜੇ ਵਾਲੀ ਰਾਜਨੀਤੀ ਸਦਕਾ ਨਫ਼ਰਤ ਫੈਲਾਉਣ ਵਾਲੇ ਕੁਝ ਕੁ ਰਾਖਸ਼
ਬਿਰਤੀ ਵਾਲੇ ਲੋਕਾਂ ਨੂੰ ਆਤਮਿਕ ਸੋਝੀ ਆ ਜਾਵੇ। ਡੰਡੀ ਸੰਸਾਰ ਵਿੱਚ ਸੈਂਕੜੇ ਸੂਚਕ ਅੰਕ ਹਰ ਸਾਲ ਜਾਰੀ ਕੀਤੇ ਜਾਂਦੇ ਹਨ ਤੇ ਹਰ ਕਿਸੇ ਵਿੱਚ ਭਾਰਤ ਦੀ ਹੋ ਰਹੀ ਮਾੜੀ ਸਥਿਤੀ ਕਾਰਨ ਮਨ ਅਫਸੋਸ ਨਾਲ ਭਰ ਜਾਂਦਾ ਹੈ ਤੇ ਅੱਖਾਂ ਨੀਵੀਆਂ ਹੋ ਜਾਂਦੀਆਂ ਹਨ। ਡੰਡੀ ਲਗਭਗ 140 ਕਰੋੜ ਦੀ ਆਬਾਦੀ ਅਨੁਮਾਨਿਤ 2021 ਦੇ ਭਾਰਤ ਵਿੱਚ 27 ਕਰੋੜ ਤੋਂ ਵੀ ਵੱਧ ਦਲਿਤ ਭਾਈਚਾਰਾ ਹੈ। 12.5 ਕਰੋੜ ਤੋਂ ਵੱਧ ਆਦਿਵਾਸੀ ਵਸੋਂ ਹੈ। ਡੰਡੀ ਹਾਲਾਤ ਇਹਨਾਂ ਦੋਹਾਂ ਵਾਸਤੇ ਹੱਦੋਂ ਵੱਧ ਮਾੜੇ ਹਨ। ਡੰਡੀ ਜੇ ਦਲਿਤ ਤੇ ਆਦੀਵਾਸੀ ਮਿਲ ਜਾਣ ਤਾਂ ਸੰਸਾਰ ਦਾ ਸਭ ਤੋਂ ਵੱਧ ਵਸੋਂ ਵਾਲਾ ਤੀਜਾ ਦੇਸ਼ ਬਣ ਸਕਦਾ ਹੈ। ਡੰਡੀ ਨਿਆਂ ਤੇ ਨੌਕਰੀਆਂ ਦੇ ਨਾਂ 'ਤੇ ਬਦਸਲੂਕੀ ਕੀਤੀ ਜਾਂਦੀ ਹੈ ਤੇ ਸਰੀਰਾਂ 'ਤੇ ਤਸ਼ੱਦਦ ਦੇ ਹਰਫ ਉਕਰੇ ਜਾਂਦੇ ਹਨ। ਡੰਡੀ ਹਾਥਰਸ ਦੀ ਧੀ ਨਾਲ ਕੀ ਇਨਸਾਫ ਹੋਇਆ ਹੈ? ਪ੍ਰਸ਼ਨ ਚਿੰਨ੍ਹ ਇਸ ਤੇ ਗੋਦੀ ਮੀਡੀਆ ਤੇ ਭੁੱਲਣਹਾਰ ਜਨਤਾ ਸ਼ਾਇਦ ਹੀ ਆਪਣਾ ਰੋਸ ਮੁੜ ਉਜਾਗਰ ਕਰੇਗੀ। ਡੰਡੀ ਝੂਠਾਂ ਦੀ ਪੰਡ ਚੁੱਕ ਕੇ ਪੀੜਾਂ ਦਾ ਪਰਾਗਾ ਭੁੰਨਦੀ ਇਹ ਸਰਕਾਰ ਹਉਮੈ ਦੀ ਹੱਦ ਪਾਰ ਕਰਕੇ ਫੂਡਪਨ ਨਾਲ ਲਬਰੇਜ਼ ਹੋ ਗਈ ਹੈ। ਡੰਡੀ 20,000 ਕਰੋੜ ਰੁਪਏ ਦੀ ਲਾਗਤ ਨਾਲ ਰਾਜਧਾਨੀ ਵਿੱਚ ਸਰਕਾਰੀ ਤੰਤਰ ਦੇ ਸੰਚਾਲਨ ਵਾਸਤੇ ਤਿਆਰ ਹੋ ਰਿਹਾ ਸੈਂਟਰਲ ਵਿਸਟਾ ਖੁਆਬੀ ਮਹਿਲ ਨਵੀਂ ਬਹੁਮੰਜ਼ਲੀ ਪਾਰਲੀਮੈਂਟ ਕਿਸੇ ਗਰੀਬ ਤੇ ਮੱਧ ਵਰਗੀ ਇਨਸਾਨ ਵਾਸਤੇ ਕਿਸੇ ਲਾਹਨਤ ਤੋਂ ਘੱਟ ਨਹੀਂ। ਡੰਡੀ 8400 ਕਰੋੜ ਦੀ ਲਾਗਤ ਨਾਲ ਖਰੀਦੇ ਏਅਰ ਇੰਡੀਆ ਇੱਕ ਦੇ ਜਹਾਜ਼ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕੁਝ ਪਲ ਸ਼ਹਿਰਾਂ ਦੀਆਂ ਸੜਕਾਂ ਪਿੰਡਾਂ ਦੀਆਂ ਫਿਰਨੀਆਂ ਤੇ ਰੁਲਦੀ ਗਰੀਬੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਡੰਡੀ ਨਰਮਦਾ ਨਦੀ ਦੇ ਮੁਹਾਨੇ 'ਤੇ ਖੜਾ ਸਰਦਾਰ ਪਟੇਲ ਦਾ ਬੁੱਤ ਦੇਸ਼ ਵੱਲ ਪਿੱਠ ਕਰੀ ਮੂੰਹ ਸੁਜਾ ਬੇਵਿਸਾਹੀ ਜ਼ਾਹਰ ਕਰ ਰਿਹਾ ਹੈ। ਡੰਡੀ ਭਾਰਤੀ ਸੰਘ ਦੀ ਹੋ ਰਹੀ ਬੇਅਦਬੀ ਸ਼ਾਇਦ ਲੋਹ ਪੁਰਸ਼ ਨੂੰ ਹਜ਼ਮ ਨਹੀਂ ਹੋ ਰਹੀ। ਡੰਡੀ ਸਰਕਾਰੀ ਤੰਤਰ ਦੀ ਦੁਰਵਰਤੋਂ ਆਪਣੀ ਚਰਮ ਸੀਮਾ 'ਤੇ ਹੈ ਤੇ ਭਾਰਤ ਹਰ ਕੌਮਾਂਤਰੀ ਸੂਚਕ ਅੰਕ ਵਿੱਚ ਪਿਛੜਦਾ ਜਾ ਰਿਹਾ ਹੈ। ਡੰਡੀ ਭੁੱਖਮਰੀ ਸੂਚਕ ਅੰਕ ਵਿੱਚ 107 ਦੇਸ਼ਾਂ ਵਿੱਚ ਭਾਰਤ 94 ਪਾਏਦਾਨ 'ਤੇ ਹੈ। ਡੰਡੀ ਗਰੀਬੀ ਸੂਚਕ ਅੰਕ ਵਿੱਚ 107 ਦੇਸ਼ਾਂ ਦੇ ਇਕੱਠ ਵਿੱਚ 62ਵੇਂ ਸਥਾਨ 'ਤੇ ਹੈ। ਡੰਡੀ ਹਰੀ ਕ੍ਰਾਂਤੀ ਤੋਂ ਬਾਅਦ ਵੀ ਇਹ ਹਾਲਾਤ ਹੋਣੇ ਬੇਹੱਦ ਚਿੰਤਾਜਨਕ ਗੱਲ ਹੈ। ਡੰਡੀ ਇਹਨਾਂ ਹਾਲਤਾਂ ਵਿੱਚ ਕਿਸਾਨਾਂ ਨਾਲ ਦੋਸਤੀ ਹੋਰ ਗੂੜੀ ਕਰ ਵੱਧ ਅਨਾਜ ਪੈਦਾ ਕਰਾ ਕੇ ਜਨਤਕ ਵੰਡ ਪ੍ਰਣਾਲੀ ਰਾਹੀਂ ਇਸ ਦਾ ਵਰਤਾਰਾ ਕਰਨ ਦੀ ਬਜਾਏ ਕਾਲੇ ਕਾਨੂੰਨਾਂ ਸਦਕਾ ਉਹਨਾਂ ਨੂੰ ਅਣਮਨੁੱਖੀ ਸਜ਼ਾ ਦਿੱਤੀ ਜਾ ਰਹੀ ਹੈ। ਡੰਡੀ ਸਾਡਾ ਮੁਲਕ ਖਰਾਬ ਲੋਕਤੰਤਰ ਦੀ ਸ਼੍ਰੇਣੀ ਵਿੱਚ 53ਵੇਂ ਸਥਾਨ 'ਤੇ ਅੱਪੜ ਗਿਆ ਹੈ। ਡੰਡੀ ਇਹ ਬਹੁਤ ਹੀ ਅਪਮਾਨਜਨਕ ਸਥਿਤੀ ਹੈ ਤੇ ਬੇਲਿਹਾਜ਼ੀ ਕੇਂਦਰ ਸਰਕਾਰ ਲੋਕਤੰਤਰ ਦੇ ਮਹੀਨ ਤਾਣੇ ਬਾਣੇ ਨੂੰ ਉਲਝਾ ਕੇ ਇਸ ਦੀ ਸੁਹਜਤਾ ਨਸ਼ਟ ਕਰ ਰਹੀ ਹੈ। ਡੰਡੀ ਪੋਲੀਟੀਕਲ ਟੈਰਰ ਸਕੇਲ ਵਿੱਚ ਭਾਰਤ ਚੌਥੀ ਸ਼੍ਰੇਣੀ ਵਿੱਚ ਡਿੱਗ ਪਿਆ ਹੈ। ਡੰਡੀ ਇਸ ਦਾ
ਭਾਵ ਇਹ ਹੈ ਕਿ ਭਾਰਤ ਵਿੱਚ ਨਾਗਰਿਕਾਂ ਦਾ ਅਲੋਪ ਹੋਣਾ, ਖੂਨ ਖਰਾਬਾ ਤਸੀਹੇ ਦੇਣਾ, UAPA ਤੇ ਦੇਸ਼ ਧਰੋਹ 124A ਨਾਗਰਿਕਤਾ ਸੁਰੱਖਿਆ ਕਾਨੂੰਨ ਵਰਗੇ ਮੁਕੱਦਮੇ ਦਾਇਰ ਕਰਨਾ ਆਮ ਗੱਲ ਹੈ। ਡੰਡੀ ਬਿਨਾਂ ਕਾਨੂੰਨੀ ਕਾਰਵਾਈ ਕੀਤਿਆਂ ਜੇਲ੍ਹ ਵਿੱਚ ਸੁੱਟਣਾ ਜਾਇਜ਼ ਹੋ ਚੁੱਕਾ ਹੈ। ਡੰਡੀ ਦਿਸ਼ਾ ਰਾਵੀ ਵਿਰੁੱਧ ਅਣਸੁਖਾਵੀਂ ਕਾਰਵਾਈ ਨੂੰ ਇਸ ਦੀ ਤਾਜ਼ਾ ਮਿਸਾਲ ਹੈ। ਡੰਡੀ ਮਨੁੱਖੀ ਵਿਕਾਸ ਸੂਚਕ ਅੰਕ ਹਿਊਮਨ ਡਿਵੈਲਪਮੈਂਟ ਇੰਡੈਕਸ ਵਿੱਚ ਭਾਰਤ 131ਵੇਂ ਨੰਬਰ ਉੱਤੇ ਹੈ। ਡੰਡੀ ਇਰਾਕ ਤੇ ਲੀਬੀਆ ਵਰਗੇ ਉਜੜੇ ਮੁਲਕ ਵਿੱਚ ਵੀ ਸਥਿਤੀ ਸਾਡੇ ਨਾਲੋਂ ਬਿਹਤਰ ਹੈ। ਡੰਡੀ ਹੱਦੋਂ ਵੱਧ ਦੁਤਕਾਰਿਆ ਚੀਨ ਤੇ ਰੂਸ ਵੀ ਕ੍ਰਮਵਾਰ 85ਵੇਂ ਤੇ 52ਵੇਂ ਨੰਬਰ 'ਤੇ ਹਨ। ਡੰਡੀ ਪੱਖਪਾਤੀ ਰਾਜਸੀ ਮਾਹੌਲ ਵਾਲੇ ਰਾਜਨੀਤਿਕ ਲੋਕ ਤੇ ਕਾਰਜਕਰਨੀ IAS ਅਫਸਰ ਤਰਸਯੋਗ ਹਾਲਤ ਪੈਦਾ ਕਰਦੇ ਹਨ। ਡੰਡੀ ਮੌਜੂਦਾ ਦੌਰ ਵਿੱਚ ਸਿਵਲ ਸੇਵਾਵਾਂ ਵਿੱਚ ਲੇਟਰਲ ਐਂਟਰੀ ਅਸਮਾਨਤਾਵਾਂ ਨੂੰ ਹੋਰ ਵੀ ਲੱਚਰਤਾ ਪ੍ਰਦਾਨ ਕਰ ਰਹੀ ਹੈ। ਡੰਡੀ 27.9% ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਡੰਡੀ 80 ਕਰੋੜ ਤੋਂ ਵੱਧ ਲੋਕਾਂ ਨੂੰ ਜਦੋਂ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਅੰਨ ਵੰਡਿਆ ਗਿਆ ਤਾਂ ਇਸ ਦੇ ਦਰਸਾਏ ਗਏ ਅੰਕੜੇ ਝੂਠੇ ਪ੍ਰਤੀਤ ਹੁੰਦੇ ਹਨ। ਡੰਡੀ ਆਰਥਿਕ ਸਰਵੇਖਣ 2020-21 ਵਿੱਚ ਹਰ ਅੰਕੜੇ ਨਾਲ ਸਟਾਰ ਹੈਸ਼ਟੈਗ ਜਾਂ ਕੋਈ ਹੋਰ ਚਿੰਨ੍ਹ ਅਧੂਰਾ ਸੱਚ ਦਰਸਾਉਂਦਾ ਹੈ। ਡੰਡੀ ਭਾਂਤ ਭਾਂਤ ਦੀਆਂ ਪਰਿਭਾਸ਼ਾਵਾਂ ਸਨਮੁਖ ਕੀਤੀਆਂ ਜਾਂਦੀਆਂ ਹਨ ਤੇ ਆਧਾਰ ਵਰੇ ਨੂੰ ਮੁੜ ਮੁੜ ਬਦਲ ਕੇ ਝੂਠੇ ਅੰਕੜੇ ਅੱਗੇ ਰੱਖੇ ਜਾਂਦੇ ਹਨ। ਡੰਡੀ ਪ੍ਰੈਸ ਸੁਤੰਤਰਤਾ ਸੂਚਕ ਅੰਕ ਵਿੱਚ ਸਾਡਾ ਮੁਲਕ 180 ਦੇਸ਼ਾਂ ਦੀ ਲੜੀ ਵਿੱਚ 142ਵੇਂ ਸਥਾਨ 'ਤੇ ਮੂਧੇ ਮੂੰਹ ਡਿੱਗਾ ਪਿਆ ਹੈ। ਡੰਡੀ ਚਾਪਲੂਸ ਗੋਦੀ ਮੀਡੀਆ ਅਜੇ ਵੀ ਸਰਕਾਰ ਦੇ ਅੰਨੀ ਭਗਤੀ ਵਿੱਚ ਲੀਨ ਹੈ। ਡੰਡੀ ਬਾਲਾਕੋਟ ਸਟ੍ਰਾਈਕ ਵਰਗੇ ਗੁਪਤ ਫੌਜੀ ਬ੍ਰਿਤਾਂਤ ਕਾਰਵਾਈ ਤੋਂ ਪਹਿਲਾਂ ਹੀ ਸਾਂਝੇ ਕੀਤੇ ਜਾਂਦੇ ਹਨ ਤਾਂ ਕਿ ਮੀਡੀਆ ਦੁਆਰਾ ਜਨਮਤ ਦੀ ਸੁਨਾਮੀ ਖੜੀ ਕੀਤੀ ਜਾਵੇ। ਡੰਡੀ ਸਮਾਜਿਕ ਇਕਰਾਰਨਾਮਾ ਆਖਦਾ ਹੈ ਕਿ ਇਨਸਾਨਾਂ ਦੀ ਆਜ਼ਾਦੀ ਸਮਾਜ ਦੇ ਬੰਧਨਾਂ ਵਿੱਚ ਰਹਿਣ ਨਾਲ ਘਟ ਜਾਂਦੀ ਹੈ ਤੇ ਉਹ ਮਰਜ਼ੀ ਨਾਲ ਸਮਾਜਿਕ ਪ੍ਰਾਣੀ ਬਣ ਕੇ ਚੁੱਪਚਾਪ ਸਮਾਜਿਕ ਬੰਦਿਸ਼ਾਂ ਨੂੰ ਸਵੀਕਾਰ ਕਰ ਲੈਂਦਾ ਹੈ। ਡੰਡੀ ਆਪਣੇ ਹੁਕਮਰਾਨ ਦੀ ਅਧੀਨਤਾ ਕਬੂਲਣ ਲਈ ਵੀ ਤਿਆਰ ਹੋ ਜਾਂਦਾ ਹੈ। ਡੰਡੀ ਅਜਿਹੇ ਸੋਸ਼ਲ ਕੰਟਰੈਕਟ ਹਮੇਸ਼ਾ ਰਹਿਣਗੇ। ਸੂਬਾ ਸਰਕਾਰਾਂ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਸਕਦੀਆਂ। ਡੰਡੀ ਇਹ ਸਮਾਜਿਕ ਤਾਣੇ ਬਾਣੇ ਦੀ ਆਤਮਿਕ ਸੌਝਤਾ ਦੇ ਵਿਰੁੱਧ ਹੈ। ਡੰਡੀ ਭਾਰਤ ਫਰੀਡਮ ਇਨ ਦੀ ਵਰਲਡ 2021 ਦੀ ਸਾਲਾਨਾ ਰਿਪੋਰਟ ਵਿੱਚ 4 ਅੰਕ ਹੇਠ ਡਿੱਗ ਕੇ ਅੰਸ਼ਕ ਸੁਤੰਤਰ ਦੇਸ਼ਾਂ ਦੀ ਕਤਾਰ ਵਿੱਚ ਖੜਾ ਹੋ ਗਿਆ ਹੈ। ਡੰਡੀ ਇਸ ਰਿਪੋਰਟ ਵਿੱਚ ਕਸ਼ਮੀਰ ਨੂੰ ਗੁਲਾਮ ਸਥਿਤੀ ਵਿੱਚ ਵਿਖਾਇਆ ਗਿਆ ਹੈ। ਡੰਡੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਾਲਾਤ ਹੋਰ ਵੀ ਮਾੜੇ ਹਨ। ਡੰਡੀ ਇਹ ਇੱਕ ਚਿੰਤਾਜਨਕ ਗਿਰਾਵਟ ਹੈ। ਡੰਡੀ ਕਿਸੇ ਵੀ ਮੁਲਕ ਦਾ ਚੋਣ ਕਮਿਸ਼ਨ
ਰਾਜ ਕਰਦੀ ਧਿਰ ਦੀ ਝੋਲੀ ਚੁੱਕ ਬਣ ਜਾਵੇ ਤਾਂ ਲੋਕਤੰਤਰੀ ਮੁੱਲਾਂ ਦਾ ਨਿਘਾਰ ਹੋਣਾ ਤੈਅ ਹੋ ਜਾਂਦਾ ਹੈ। ਡੰਡੀ ਕਿਸੇ ਵੀ ਆਫਤ ਸਮੇਂ ਮੁਲਕ ਦੇ ਨਾਗਰਿਕਾਂ ਨਾਲ ਕੀਤਾ ਸਲੂਕ ਹੀ ਸਰਕਾਰਾਂ ਦੀ ਅਸਲੀਅਤ ਸਾਹਮਣੇ ਲਿਆਉਂਦਾ ਹੈ। ਡੰਡੀ ਸੜਕਾਂ 'ਤੇ ਸੈਂਕੜੇ ਕਿਲੋਮੀਟਰਾਂ ਦਾ ਫਾਸਲਾ ਤੈਅ ਕਰਦੇ ਦੇਸ਼ ਭਰ ਦੇ ਗਰੀਬ ਮਜ਼ਦੂਰਾਂ ਦਾ ਦ੍ਰਿਸ਼ ਹਮੇਸ਼ਾ ਲਈ ਭਾਰਤ ਨੂੰ ਸ਼ਰਮਸਾਰ ਕਰਦਾ ਰਹੇਗਾ। ਡੰਡੀ ਇਸ ਮਹਾਂਮਾਰੀ ਸਮੇਂ ਫੈਲੀ ਅਰਾਜਕਤਾ ਮੌਜੂਦਾ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਡੰਡੀ 1947 ਦੀ ਵੰਡ ਸਮੇਂ ਵੀ ਅਜਿਹਾ ਹੀ ਗੈਰ ਕੁਦਰਤੀ ਵਰਤਾਰਾ ਇਤਿਹਾਸ ਵਿੱਚ ਦਰਜ ਹੈ ਅਤੇ ਨਹਿਰੂ ਜਿਨ੍ਹਾਂ ਦੇ ਨਾਲ ਨਾਲ ਬਰਤਾਨੀਆ ਨੂੰ ਵੀ ਇਸ ਦਾ ਦੋਸ਼ੀ ਬਣਾਉਂਦਾ ਹੈ। ਡੰਡੀ ਵਿਦਿਅਕ ਅਦਾਰਿਆਂ ਵਿੱਚ ਘਾਤ ਲੱਗਣੀ ਸ਼ੁਰੂ ਹੋ ਗਈ ਹੈ। ਡੰਡੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਉੱਤੇ ਨਕਾਬਪੋਸ਼ ਗੁੰਡਿਆਂ ਦੁਆਰਾ ਕੀਤਾ ਗਿਆ ਅਣਮਨੁੱਖੀ ਹਮਲਾ ਅਜੇ ਤੱਕ ਕਾਨੂੰਨੀ ਦਾਅ ਪੇਚਾਂ ਵਿੱਚ ਪਾ ਕੇ ਨਕਾਰਿਆ ਗਿਆ ਹੈ। ਡੰਡੀ ਸਾਲ 2020 ਵਿੱਚ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਵਿੱਚ ਮਰਨ ਵਾਲਾ ਵੀ ਗਰੀਬ ਸੀ ਅਤੇ ਮਾਰਨ ਵਾਲਾ ਵੀ ਗਰੀਬ। ਡੰਡੀ ਮਕਾਨਾਂ ਦੀਆਂ ਛੱਤਾਂ ਤੋਂ ਕਿਹਨਾਂ ਨੇ ਗੋਲਾਬਾਰੀ ਕੀਤੀ ਪ੍ਰਸ਼ਨ ਚਿੰਨ੍ਹ ਕਿਸਨੇ ਪੱਥਰਬਾਜੀ ਕੀਤੀ ਪ੍ਰਸ਼ਨ ਚਿੰਨ੍ਹ। ਡੰਡੀ ਬਾਰੇ ਸਾਫ਼ ਸਬੂਤ ਮੌਜੂਦ ਹਨ ਪਰ ਕੇਂਦਰ ਦੀ ਦਿੱਲੀ ਪੁਲਿਸ ਦੇ ਲੰਮੇ ਹੱਥਾਂ ਦੇ ਬਾਵਜੂਦ ਉਹ ਪਕੜ ਤੋਂ ਬਾਹਰ ਹਨ। ਡੰਡੀ 1975-77 ਵਿੱਚ ਲੱਗੀ ਐਮਰਜੈਂਸੀ ਸਮੇਂ ਵੀ ਹਾਲਾਤ ਕੁਝ ਅਜਿਹੇ ਹੀ ਸਨ ਪਰ ਵਿਰੋਧੀ ਰਾਜਸੀ ਧਿਰਾਂ ਵਿੱਚ ਏਕਾ ਸੀ। ਡੰਡੀ ਇਸੇ ਇਕਜੁੱਟਤਾ ਵਿੱਚ ਜੈ ਪ੍ਰਕਾਸ਼ ਨਾਰਾਇਣ ਨੇ ਅੰਦੋਲਨ ਚਲਾ ਕੇ ਇੰਦਰਾ ਗਾਂਧੀ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਡੰਡੀ ਇਸ ਸਮੇਂ ਨਿਰਾਸ਼ ਹੋਣ ਦੀ ਲੋੜ ਨਹੀਂ। ਵਿਗਿਆਨ ਦਾ ਸਿਧਾਂਤ ਹੈ ਕਿ ਇੱਕੋ ਜਿਹੇ ਹਾਲਾਤ ਅਤੇ ਅਵਸਥਾਵਾਂ ਇੱਕੋ ਜਿਹੇ ਨਤੀਜੇ ਪੇਸ਼ ਕਰਦੀਆਂ ਹਨ। ਡੰਡੀ ਵਿਰੋਧੀ ਰਾਜਸੀ ਧਿਰਾਂ ਜੇ ਇੱਕ ਹੋ ਜਾਣ ਤਾਂ 2021 ਵਿੱਚ ਵੀ ਅਜਿਹੇ ਹੀ ਨਤੀਜੇ ਨਿਕਲ ਸਕਦੇ ਹਨ। ਡੰਡੀ ਕੋਈ ਨਾ ਕੋਈ ਬਾਬੇ ਨਾਨਕ ਦੇ ਦੱਸੇ ਰਾਹ 'ਤੇ ਚੱਲ ਕੇ ਚੱਕੀ ਪੀਸਦਿਆਂ ਵੀ ਬਾਬਰ ਦੀਆਂ ਅੱਖਾਂ ਖੋਲ੍ਹੇਗਾ ਅਤੇ ਭਾਰਤ ਦੀ ਅਗਵਾਈ ਕਰੇਗਾ। ਡੰਡੀ ਗਿਣੇ ਮਿੱਥੇ ਤਰੀਕੇ ਨਾਲ ਅੱਤ ਦੀ ਹੇਠਲੀ ਪੱਧਰ ਦੀ ਰਾਜਨੀਤੀ ਕਰਦਿਆਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਡੰਡੀ ਨਿਆਂਪਾਲਿਕਾ ਵੀ ਅਜਿਹੇ ਗੈਰ ਵਾਜਬ ਢੰਗਾਂ ਨੂੰ ਰੋਕ ਨਹੀਂ ਪਾ ਰਹੀ। ਡੰਡੀ ਜੁਡੀਸ਼ੀਅਲ ਐਕਟਿਵਿਜ਼ਮ ਨਵੀਂ ਹੀ ਪਰਿਭਾਸ਼ਾ ਘੜ ਰਿਹਾ ਹੈ। ਡੰਡੀ ਸੋਹਣੀ ਪੱਤਰਕਾਰਤਾ ਕਰਦਿਆਂ ਨਾਮ ਕਮਾ ਚੁੱਕੇ 94 ਪੱਤਰਕਾਰ ਜਦੋਂ ਆਮ ਲੋਕਾਂ ਦਾ ਸਾਥ ਛੱਡ ਕੇ ਪੂੰਜੀਪਤੀਆਂ ਦਾ ਮੋਹਰਾ ਬਣ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ ਤਾਂ ਲੋਕਤੰਤਰ ਦਾ ਘਾਣ ਤਾਂ ਹੁੰਦਾ ਹੀ ਹੈ। ਡੰਡੀ ਬਥੇਰੇ ਸਾਜ਼ਿਸ਼ਾਂ ਘੜਨ ਵਾਲੇ ਜਦੋਂ ਰੌਥ ਚਾਈਲਡ ਧਨੀ ਪਰਿਵਾਰਾਂ ਦੁਆਰਾ ਦੁਨੀਆ ਨੂੰ ਚਲਾਉਣ ਦੀ ਮਿੱਥਿਆ ਪੇਸ਼ ਕਰਦੇ ਹਨ ਤਾਂ ਉਹਨਾਂ ਨੂੰ ਮੰਨਣ ਨੂੰ ਦਿਲ ਕਰਦਾ ਹੈ। ਡੰਡੀ ਇਤਿਹਾਸ ਗਵਾਹ ਹੈ ਕਿ ਵੱਡੇ ਤੋਂ ਵੱਡੇ ਧਨਾਢ ਪੈਦਾ ਹੁੰਦੇ ਹਨ ਪਰ ਨਾਲ ਹੀ ਕੋਈ ਨਾ ਕੋਈ ਗੁਰੂ ਦਾ ਬੰਦਾ ਬਹਾਦਰ ਵੀ ਜਨਮ ਲੈਂਦਾ ਹੈ ਅਤੇ ਸੱਤਾ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ। ਡੰਡੀ ਪੈਰਾ
ਕੁਝ ਕੁ ਕਦਮਾਂ ਸਦਕਾ ਭਾਰਤ ਮੁੜ ਕੇ ਸੁਖਾਵੇਂ ਮਾਹੌਲ ਵਾਲਾ ਮੁਲਕ ਬਣ ਸਕਦਾ ਹੈ ਤੇ ਮੌਜੂਦਾ ਵਿਸਫੋਟਕ ਹਾਲਾਤ ਠੀਕ ਹੋ ਸਕਦੇ ਨੇ। ਡੰਡੀ ਕਿਸਾਨੀ ਕਾਨੂੰਨ ਰੱਦ ਕਰਨੇ ਇਸ ਸਰਕਾਰ ਲਈ ਔਖੇ ਹਨ। ਡੰਡੀ ਕੌਮਾਂਤਰੀ ਵਿੱਤੀ ਸੰਸਥਾਵਾਂ ਦਾ ਅੰਗੂਠਾ ਸਰਕਾਰ ਦੇ ਸੰਘ ਵਿੱਚ ਫਸਿਆ ਹੋਇਆ ਹੈ। ਡੰਡੀ ਇਹ ਕਾਨੂੰਨ 2025 ਤੱਕ ਅੱਗੇ ਪਾਏ ਜਾ ਸਕਦੇ ਹਨ। ਡੰਡੀ ਇਹਨਾਂ ਹਾਲਾਤ ਵਿੱਚ ਡਾਕਟਰ MS ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਕੇ ਸਰਕਾਰ ਆਪਣੀ ਇੱਜ਼ਤ ਬਚਾ ਸਕਦੀ ਹੈ। ਡੰਡੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਲੈ ਕੇ ਤਕਰੀਬਨ ਹਰ ਵੋਟਰ ਦੇ ਮਨ ਵਿੱਚ ਗੰਭੀਰ ਤੌਖਲੇ ਹਨ। ਡੰਡੀ ਉਹਨਾਂ ਦੇ ਸ਼ੰਕਿਆਂ ਦਾ ਨਿਵਾਰਨ ਜ਼ਰੂਰੀ ਹੈ। ਡੰਡੀ ਆਲੋਚਨਾ ਬਰਦਾਸ਼ਤ ਕਰਨਾ ਤੇ ਬਣਦੇ ਦਬਾਅ ਤੋਂ ਜਨਤਾ ਦੇ ਆਸ਼ਿਆਂ ਮੁਤਾਬਕ ਸਹੀ ਫੈਸਲੇ ਲੈਣੇ ਕੋਈ ਮਾੜੀ ਗੱਲ ਨਹੀਂ। ਡੰਡੀ ਇਸ ਨੂੰ ਸਕਾਰਾਤਮਕ ਵਸੀਲਾ ਸਮਝਣਾ ਜ਼ਰੂਰੀ ਹੈ। ਡੰਡੀ ਚੋਣਾਂ ਤੇ ਹੱਦੋਂ ਵੱਧ ਖਰਚਿਆਂ ਨੂੰ ਰੋਕਣਾ ਬਹੁਤ ਲਾਜ਼ਮੀ ਹੈ। ਡੰਡੀ ਪਾਰਾ ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਡੰਡੀ ਮਾੜੇ ਅਨਸਰਾਂ ਵਿੱਚ ਵੀ ਕੁਝ ਘੱਟ ਮਾੜੇ ਹੁੰਦੇ ਹਨ ਜਿਨ੍ਹਾਂ ਤੋਂ ਸਥਿਤੀ ਬਿਹਤਰ ਹੋਣ ਤੇ ਚੰਗੇ ਬਣ ਜਾਣ ਦੀ ਉਮੀਦ ਹਮੇਸ਼ਾ ਰਹਿੰਦੀ ਹੈ। ਡੰਡੀ ਭਾਰਤ ਹੱਸਣਾ ਭੁੱਲ ਗਿਆ ਹੈ। ਡੰਡੀ ਕੌਮਾਂਤਰੀ ਪ੍ਰਸੰਨਤਾ ਸੂਚਕ ਅੰਕ 2021 ਵਰਲਡ ਹੈਪੀਨੈਸ ਇੰਡੈਕਸ 2021 ਭਾਰਤ 139ਵੇਂ ਸਥਾਨ 'ਤੇ ਮੂਧੇ ਮੂੰਹ ਡਿੱਗ ਪਿਆ ਹੈ। ਡੰਡੀ ਸਾਡੇ ਹਮਸਾਏ ਸਾਰਕ ਦੇਸ਼ ਪਾਕਿਸਤਾਨ 105ਵੇਂ ਸਥਾਨ 'ਤੇ ਬੰਗਲਾਦੇਸ਼ 101ਵੇਂ ਸਥਾਨ 'ਤੇ ਹਨ ਤੇ ਇਹਨਾਂ ਦੀ ਸਥਿਤੀ ਸਾਡੇ ਤੋਂ ਕਾਫੀ ਬਿਹਤਰ ਨਜ਼ਰ ਆ ਰਹੀ ਹੈ। ਡੰਡੀ ਸਰਕਾਰਾਂ ਦਾ ਇਹ ਫਰਜ਼ ਹੈ ਕਿ ਉਹ ਆਪਣੇ ਆਵਾਮ ਨੂੰ ਨਿਰਾਸ਼ਤਾ ਦੀ ਸਥਿਤੀ ਵਿੱਚੋਂ ਬਾਹਰ ਕੱਢੇ। ਡੰਡੀ ਦੇਸ਼ ਦੇ ਹਰ ਨਾਗਰਿਕ ਦੇ ਚਿਹਰੇ 'ਤੇ ਚਿੱਟੇ ਦੰਦਾਂ ਵਾਲੇ ਹਾਸੇ ਨੂੰ ਮੋੜ ਲਿਆਉਣ ਲਈ ਮੁਲਕ ਦੇ ਰਾਜਨੇਤਾਵਾਂ ਸਮੇਤ ਹਰ ਇਨਸਾਨ ਨੂੰ ਇਮਾਨਦਾਰੀ ਦਿਖਾਉਣੀ ਪਵੇਗੀ। ਡੰਡੀ ਸਟਾਰ ਕਹਿੰਦੇ ਹਨ ਕਿ ਕੁੱਤੇ ਬੜੇ ਵਫਾਦਾਰ ਹੁੰਦੇ ਹਨ। ਡੰਡੀ ਹੋ ਸਕਦਾ ਹੈ ਕਿ ਜੱਜ ਸਾਹਿਬ ਨੇ ਕੁੱਤੇ ਦੇ ਮਾਲਕ ਨੂੰ ਅਦਾਲਤ ਵਿੱਚ ਸਜ਼ਾ ਦਿੱਤੀ ਹੋਵੇ ਤੇ ਉਸ ਦਾ ਬਦਲਾ ਲੈਣ ਲਈ ਕੁੱਤੇ ਨੇ ਜੱਜ ਸਾਹਿਬ ਨੂੰ ਵੱਢਿਆ ਹੋਵੇ। ਡੰਡੀ ਕੁੱਤਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਦਮੀ ਜਦੋਂ ਕੁੱਤੇ ਨੂੰ ਵੇਖ ਕੇ ਡਰ ਜਾਂਦਾ ਹੈ ਤਾਂ ਉਸ ਦੇ ਸਰੀਰ ਵਿੱਚੋਂ ਇੱਕ ਵਿਸ਼ੇਸ਼ ਗੰਧ ਨਿਕਲਦੀ ਹੈ ਜਿਸ ਨੂੰ ਸੁੰਘ ਕੇ ਕੁੱਤੇ ਦਾ ਹੌਸਲਾ ਵੱਧ ਜਾਂਦਾ ਹੈ ਤੇ ਉਹ ਆਦਮੀ 'ਤੇ ਹਮਲਾ ਕਰ ਦਿੰਦਾ ਹੈ। ਡੰਡੀ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਜੱਜ ਸਾਹਿਬ ਪੈਦਲ ਕਿਉਂ ਜਾ ਰਹੇ ਸਨ? ਪ੍ਰਸ਼ਨ ਚਿੰਨ੍ਹ ਕਿ ਉਹਨਾਂ ਨੂੰ ਸੁਰੱਖਿਆ ਗਾਰਡ ਨਹੀਂ ਸੀ ਮਿਲੇ ਹੋਏ? ਪ੍ਰਸ਼ਨ ਚਿੰਨ੍ਹ ਜੇ ਮਿਲੇ ਹੋਏ ਸਨ ਤਾਂ ਉਹ ਕੀ ਕਰ ਰਹੇ ਸਨ? ਪ੍ਰਸ਼ਨ ਚਿੰਨ੍ਹ ਉਹਨਾਂ ਨੇ ਜੱਜ ਸਾਹਿਬ ਨੂੰ ਕੁੱਤੇ ਤੋਂ ਕਿਉਂ ਨਾ ਬਚਾਇਆ? ਪ੍ਰਸ਼ਨ ਚਿੰਨ੍ਹ ਹੁਣ ਅਦਾਲਤ ਕੁੱਤੇ ਨੂੰ ਕੋਈ ਸਜ਼ਾ ਵੀ ਨਹੀਂ ਦੇ ਸਕਦੀ ਕਿਉਂਕਿ ਪਾਗਲ ਕੁੱਤਾ ਬਾਅਦ 'ਚ ਮਰ ਗਿਆ ਜਦੋਂ ਕਿ ਜੱਜ ਸਾਹਿਬ ਦਾ ਇਲਾਜ ਸ਼ੁਰੂ ਹੋ ਗਿਆ ਤਾਂ ਕੁੱਤੇ ਦੀ ਮ੍ਰਿਤਕ ਦੇ ਕੈਮੀਕਲ ਅਨੈਲਿਸਿਸ ਲਈ ਕਸੌਲੀ ਭੇਜੀ ਗਈ। ਡੰਡੀ ਪੈਰਾ ਇੱਕ ਅਖਬਾਰ ਨੇ ਕੁੱਤੇ ਦੇ ਕੱਟਣ ਦੀ ਖਬਰ ਨੂੰ ਪਹਿਲੇ
ਪੰਨੇ 'ਤੇ ਡੱਬੀ ਬਣਾ ਕੇ ਛਾਪਿਆ ਡੰਡੀ। ਇੱਥੇ ਹੀ ਬਸ ਨਹੀਂ, ਅਖਬਾਰ ਨੇ ਪ੍ਰਸ਼ਾਸਨ ਦੇ ਪੋਤੜੇ ਫਰੋਲਦਿਆਂ ਜਨਵਰੀ ਤੋਂ ਜੁਲਾਈ ਤੱਕ ਕੁੱਤਿਆਂ ਦੇ ਕੱਟਣ ਦੇ ਕੇਸਾਂ ਦੇ ਅੰਕੜੇ ਵੀ ਛਾਪ ਦਿੱਤੇ, ਜਿਸ ਅਨੁਸਾਰ 2006 ਵਿੱਚ ਇਕੱਲੇ ਚੰਡੀਗੜ੍ਹ ਵਿੱਚ 4574, 2007 ਵਿੱਚ 4522 ਅਤੇ 2008 ਵਿੱਚ 4635 ਕੇਸ ਦਰਜ ਹੋਏ ਡੰਡੀ। ਅਗਸਤ ਤੋਂ ਸਤੰਬਰ ਤੱਕ ਔਸਤਨ 450-475 ਕੇਸ ਹਰ ਮਹੀਨੇ ਨੋਟਿਸ 'ਚ ਆਏ ਡੰਡੀ। ਹਲਕੇ ਕੁੱਤਿਆਂ ਦੇ ਇਲਾਜ ਦੇ ਮਾਹਰ ਡਾਕਟਰ GP ਸਿੰਘ ਦਾ ਕਹਿਣਾ ਹੈ ਕਿ ਜੇਕਰ ਕੁੱਤੇ ਦੇ ਕੱਟੇ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਏ ਤਾਂ ਇਹ ਮਰੀਜ਼ ਦੀ ਜਾਨ ਲੈ ਸਕਦਾ ਹੈ ਡੰਡੀ। ਅਖਬਾਰ ਨੇ ਵੱਖ-ਵੱਖ ਸੈਕਟਰਾਂ 'ਚ ਰਹਿਣ ਵਾਲੇ ਵਿਅਕਤੀਆਂ ਦੇ ਬਿਆਨ ਵੀ ਤਸਵੀਰਾਂ ਸਮੇਤ ਛਾਪੇ ਡੰਡੀ। ਸਾਰੇ ਵਿਅਕਤੀਆਂ ਦਾ ਕਹਿਣਾ ਸੀ ਕਿ ਅਵਾਰਾ ਕੁੱਤਿਆਂ ਤੋਂ ਛੁਟਕਾਰਾ ਪਾਉਣ ਲਈ ਕੋਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਡੰਡੀ। ਜੱਜ ਨੂੰ ਕੁੱਤੇ ਦੇ ਵੱਢਣ ਨਾਲ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਤੇ ਕਾਰਪੋਰੇਸ਼ਨ ਨੇ ਹੈਲਪਲਾਈਨ ਚਾਲੂ ਕਰ ਦਿੱਤੀ ਡੰਡੀ। ਇਹ ਵੱਖਰੀ ਗੱਲ ਹੈ ਕਿ ਹੈਲਪਲਾਈਨ ਲਈ ਸਰਕਾਰ ਟੈਲੀਫੋਨ ਨੰਬਰ ਨਹੀਂ ਦਿੱਤਾ ਗਿਆ ਡੰਡੀ, ਸਗੋਂ ਇੱਕ ਕਰਮਚਾਰੀ ਦਾ ਨਿੱਜੀ ਨੰਬਰ ਦਿੱਤਾ ਗਿਆ ਹੈ ਜੋ ਕਾਲਕਾ ਵਿੱਚ ਰਹਿੰਦਾ ਹੈ ਡੰਡੀ। 4 ਵਕੀਲਾਂ ਨੇ ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ ਅਤੇ ਅਦਾਲਤ ਵੱਲੋਂ UT ਦੇ ਸਲਾਹਕਾਰ, ਹੋਮ ਸਕੱਤਰ, ਮਿਊਂਸੀਪਲ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ UT ਦੇ SSP ਨੂੰ ਨੋਟਿਸ ਜਾਰੀ ਕਰ ਦਿੱਤਾ ਡੰਡੀ। ਪਟੀਸ਼ਨ ਕਰਤਾਵਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਕੇਵਲ ਅੱਥਰੂ ਪੂੰਝਣ ਵਾਲੀ ਗੱਲ ਹੈ ਡੰਡੀ। ਲਾ ਆਫ ਟਰਸਟ ਜੋ 1897 ਵਿੱਚ ਛਪਿਆ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਪੀੜਤ ਵਿਅਕਤੀ ਸਰਕਾਰ ਤੋਂ ਮੁਆਵਜ਼ੇ ਦਾ ਹੱਕਦਾਰ ਹੈ ਡੰਡੀ। ਕਾਨੂੰਨ ਅਨੁਸਾਰ ਅਜਿਹੇ ਹਾਦਸੇ ਡਿਊਟੀ ਵਿੱਚ ਕੁਤਾਹੀ ਕਾਰਨ ਹੁੰਦੇ ਹਨ ਡੰਡੀ। ਇਹ ਤਾਂ ਸਮਾਂ ਹੀ ਦੱਸੇਗਾ ਕਿ ਪੀੜਤ ਜੱਜ ਸਾਹਿਬ ਇਸ ਕਾਨੂੰਨ ਦਾ ਸਹਾਰਾ ਲੈ ਕੇ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਚਾਰਾਜੋਈ ਕਰਦੇ ਹਨ ਜਾਂ ਨਹੀਂ ਡੰਡੀ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਅਵਾਰਾ ਕੁੱਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਦੋਂ ਆਮ ਲੋਕਾਂ ਨੂੰ ਵੱਢਦੇ ਹਨ, ਉਹਨਾਂ ਦੀ ਖਬਰ ਸਾਰ ਲੈਣ ਕੌਣ ਆਉਂਦਾ ਹੈ? ਪ੍ਰਸ਼ਨ ਚਿੰਨ੍ਹ। ਕਮਾਲ ਦੀ ਗੱਲ ਹੈ ਕਿ ਮਨੁੱਖ ਦੇ ਬਣਾਏ ਕਾਨੂੰਨ ਮਨੁੱਖ ਦੇ ਸਿਰ 'ਤੇ ਸਵਾਰ ਹੋ ਜਾਂਦੇ ਹਨ ਡੰਡੀ। ਜੇਕਰ ਬਦਲਦੀਆਂ ਪਰਿਸਥਿਤੀਆਂ ਅਨੁਸਾਰ ਭਾਰਤੀ ਸੰਵਿਧਾਨ 'ਚ 85 ਸੋਧਾਂ ਹੋ ਸਕਦੀਆਂ ਹਨ ਤਾਂ ਅਵਾਰਾ ਕੁੱਤਿਆਂ ਨੂੰ ਮਾਰਨ ਲਈ ਕਾਨੂੰਨ 'ਚ ਸੋਧ ਹੋਣ ਨਾਲ ਕਿਹੜੇ ਕਾਨੂੰਨ ਦੀ ਲੱਤ ਟੁੱਟ ਜਾਵੇਗੀ ਡੰਡੀ। ਸਿਹਤ ਲਈ ਫੁੱਲਾਂ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ ਡੰਡੀ। ਇਸ ਹਕੀਕਤ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ ਡੰਡੀ। ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਿਹੇ ਜਿਹੜੀ ਖੋਜ ਕੀਤੀ ਹੈ ਉਸ ਵਿੱਚ ਉਹਨਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ ਡੰਡੀ। ਗਾਜਰ ਦਾ ਜੂਸ ਨਿਊ ਕੈਸਲ ਯੂਨੀਵਰਸਿਟੀ ਦੇ ਖੋਜਕਾਰ
ਪ੍ਰਕਾਰਾਂ ਅਨੁਸਾਰ ਗਾਜਰ ਕੈਂਸਰ ਤੋਂ ਬਚਾ ਸਕਦੀ ਹੈ। ਡੰਡੀ ਇਸ ਵਿੱਚ ਫਲੈਕ੍ਰੀਨਲ ਨਾਂ ਦਾ ਤੱਤ ਕੋਲੋਨ ਕੈਂਸਰ ਦੀ ਸੰਭਾਵਨਾ ਨੂੰ ਰੋਕਦਾ ਹੈ। ਡੰਡੀ ਇਹ ਸਰੀਰ ਵਿੱਚ ਬਿਮਾਰੀਆਂ ਨੂੰ ਰੋਕਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਅੱਖਾਂ ਲਈ ਵੀ ਗੁਣਕਾਰੀ ਹੈ। ਡੰਡੀ ਇਸ ਵਿੱਚ ਵਿਟਾਮਿਨ ਏ ਅਤੇ ਸੀ ਹੁੰਦੇ ਹਨ। ਡੰਡੀ ਸੇਬ ਦਾ ਜੂਸ ਇਹ ਜੂਸ ਕੋਲੀਨ ਨਾਂ ਦੇ ਬ੍ਰੇਨ ਕੈਮੀਕਲ ਨੂੰ ਬਰਕਰਾਰ ਰੱਖਣ ਵਿੱਚ ਸਹਾਇਕ ਹੁੰਦਾ ਹੈ। ਡੰਡੀ ਇਹ ਯਾਦ ਸ਼ਕਤੀ ਨੂੰ ਤੇਜ਼ ਕਰਦਾ ਹੈ ਅਤੇ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ। ਡੰਡੀ ਚੂਹਿਆਂ 'ਤੇ ਕੀਤੀ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਭੁੱਲਣ ਦੀ ਬਿਮਾਰੀ ਦੀ ਸੰਭਾਵਨਾ ਵੀ ਘਟਦੀ ਹੈ। ਡੰਡੀ ਰੋਜ਼ਾਨਾ 2 ਗਲਾਸ ਸੇਬ ਦਾ ਜੂਸ 500 ml ਪੀਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਡੰਡੀ ਇਸ ਵਿਚਲੇ ਫਾਈਬਰ ਕੋਲੈਸਟਰੋਲ ਦੇ ਪੱਧਰ 'ਤੇ ਕੰਟਰੋਲ ਰੱਖਦੇ ਹਨ। ਡੰਡੀ ਨਾਰੀਅਲ ਪਾਣੀ ਇਸ ਨੂੰ ਨੈਚੁਰਲ ਸਪੋਰਟਸ ਡਰਿੰਕ ਵੀ ਕਹਿੰਦੇ ਹਨ। ਡੰਡੀ ਕੰਮ ਦੀ ਥਕਾਵਟ ਪਿੱਛੋਂ ਨਾਰੀਅਲ ਪੀਣਾ ਐਨਰਜੀ ਡਰਿੰਕ ਦੇ ਬਰਾਬਰ ਹੈ। ਡੰਡੀ ਸਖਤ ਮਿਹਨਤ ਕਾਰਨ ਪਸੀਨੇ ਦੀ ਵਧੇਰੇ ਮਾਤਰਾ ਨਾਲ ਸਰੀਰ ਵਿੱਚ ਹੋਣ ਵਾਲੀ ਕਮੀ ਨੂੰ ਵੀ ਇਹ ਦੂਰ ਕਰਦਾ ਹੈ। ਡੰਡੀ ਅਨਾਰ ਦਾ ਜੂਸ ਅਨਾਰ ਵਿੱਚ ਸ਼ਾਮਿਲ ਰਸਾਇਣ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦੇ ਹਨ। ਡੰਡੀ ਅਨਾਰ ਦਾ ਜੂਸ ਕੈਂਸਰਗ੍ਰਸਤ ਕੋਸ਼ਿਕਾਵਾਂ ਨੂੰ ਨਸ਼ਟ ਕਰਦਾ ਹੈ। ਡੰਡੀ ਇਹ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਡੰਡੀ ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਬਹੁਤ ਉਪਯੋਗੀ ਸਮਝਿਆ ਜਾਂਦਾ ਹੈ। ਡੰਡੀ ਸੰਤਰੇ ਦਾ ਰਸ ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟਦੀ ਹੈ। ਡੰਡੀ ਅਮਰੀਕੀ ਖੋਜੀਆਂ ਅਨੁਸਾਰ ਜਿਹੜੇ ਲੋਕ ਰੋਜ਼ਾਨਾ 500 ml ਸੰਤਰੇ ਦਾ ਜੂਸ ਪੀਂਦੇ ਹਨ ਉਹਨਾਂ ਦੇ ਸਰੀਰ ਵਿੱਚ 292 mg ਹੇਸਪਰੀਡੀਨ ਮਿਲਦਾ ਹੈ। ਡੰਡੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਡੰਡੀ